परमेश्वर के पवित्र नाम की तारीफ होगी। असीं खुदा के कलाम के विचों पाक कलाम के विचों पढ़ांगे कुलसियां इकबाल 18 आए। ਅਤੇ ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਉਹ ਆਦ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ। ਭਾਈ ਉਹ ਸਭਨਾਂ ਗੱਲਾਂ ਵਿੱਚ ਪ੍ਰਧਾਨ ਹੋਵੇ। कुलसियां इकबाल 18 आए। वही देह अर्थात कलीसिया का सिर है, वही आदि है और मरे हुओं में से जी उठने वालों में पहलौठा की सब बातों में वही प्रधान ठहरे। फिर दोबारा वही देह अर्थात कलीसिया का सिर है, वही आदि है और मरे हुओं में से जी उठने वालों में पहलौठा कि सब बातों में वही प्रधान ठहरे। एक बार पंजाबी दे विच भी पढ़ लवांगे। ਅਤੇ ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਆ। ਉਹ ਦੇਹ ਦਾ ਅਰਥਾਤ ਕਲੀਸਿਆ ਦਾ ਕੀ ਆ? ਸਿਰ ਆ। ਕੌਣ? प्रभु यीशु मसीह। प्रभु यीशु मसीह दे जिहड़ी कलीसिया आ ਉਹਦਾ ਕੀ ਆ? ਸਿਰ ਆ। ਹਾਂਜੀ। ਉਹ ਆਦ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ। ਉਹ ਆਦ ਆ ਤੇ ਮੁਰਦਿਆਂ ਵਿੱਚੋਂ ਜੇਠਾ ਆ। ਭਾਈ ਉਹ ਸਭਨਾਂ ਗੱਲਾਂ ਵਿੱਚ ਪ੍ਰਧਾਨ ਹੋਵੇ। ਭਾਈ ਉਹ ਸਾਰੀਆਂ ਗੱਲਾਂ ਦੇ ਵਿੱਚ ਕੀ ਹੋਵੇ? ਪ੍ਰਧਾਨ ਹੋਵੇ। ਮਸੀਹ ਯਿਸੂ ਦੇਹ ਦਾ ਸਿਰ ਆ, ਕਲੀਸਿਆ ਦਾ ਸਿਰ ਆ। ਲਿਖਿਆ ਗਿਆ ਕਿ ਉਹ ਸਾਰੀਆਂ ਗੱਲਾਂ ਦੇ ਵਿੱਚ ਕੀ ਹੋਣਾ ਚਾਹੀਦਾ? ਪ੍ਰਧਾਨ ਹੋਣਾ ਚਾਹੀਦਾ। ਤੇ ਇਹਦਾ ਮਤਲਬ ਕਿ ਸਾਡੇ ਜੀਵਨ ਦੇ ਵਿੱਚ ਇਨਸਾਨੀ ਜੀਵਨ ਦੇ ਵਿੱਚ ਪਹਿਲ ਜਿਹੜੀ ਆ ਮਸੀਹ ਖੁਦਾਵੰਦ ਖੁਦਾ ਦੀ ਹੋਣੀ ਚਾਹੀਦੀ ਆ। ਸਿਰ ਪਹਿਲ ਖੁਦਾ ਨੂੰ ਮਿਲਣੀ ਚਾਹੀਦੀ ਆ। ਉਹ ਸਾਰੀਆਂ ਗੱਲਾਂ ਦੇ ਵਿੱਚ ਜਿਵੇਂ ਲਿਖਿਆ ਗਿਆ ਕਿ ਹੋਵੇ ਪ੍ਰਧਾਨ ਹੋਵੇ। ਸਾਡੇ ਜ਼ਿੰਦਗੀਆਂ ਦੇ ਵਿੱਚ ਵੀ ਉਹ ਪ੍ਰਧਾਨ ਹੋਣਾ ਚਾਹੀਦਾ। ਪਹਿਲ ਦਰਜਾ ਉਹਦਾ ਹੋਣਾ ਚਾਹੀਦਾ ਹਰ ਗੱਲਬਾਤ ਦੇ ਵਿੱਚ। ਤੇ ਇਹ ਤਾਂ ਹੁੰਦਾ ਜਦੋਂ ਅਸੀਂ ਆਤਮਿਕ ਗੱਲਾਂ ਵੱਲ ਧਿਆਨ ਲਗਾਉਂਦੇ ਹਾਂ, ਆਤਮਿਕ ਗੱਲਾਂ ਦੀ ਖੋਜ ਕਰਦੇ ਹਾਂ, ਆਤਮਿਕ ਗੱਲਾਂ ਨੂੰ ਪਸੰਦ ਕਰਦੇ ਹਾਂ, ਆਤਮਿਕ ਗੱਲਾਂ ਵਿੱਚ ਵਧਣਾ ਸ਼ੁਰੂ ਕਰਦੇ ਹਾਂ। ਉਸ ਵਕਤ ਫਿਰ ਅਸੀਂ ਆਪਣੀ ਜ਼ਿੰਦਗੀਆਂ ਦੇ ਅੰਦਰ ਉਹਨੂੰ ਪਹਿਲਾ ਸਥਾਨ ਦੇ ਪਾਉਂਦੇ ਹਾਂ। ਮਰਕੁਸ 8:36 ਵਿੱਚ ਲਿਖਿਆ ਪੜਾਂਗੇ। ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ। ਇਹਦਾ ਮਤਲਬ ਕਿ ਜਦੋਂ ਇਨਸਾਨ ਆਪਣੇ ਜੀਵਨ ਦੇ ਵਿੱਚ ਖੁਦਾ ਨੂੰ ਪਹਿਲ ਨਹੀਂ ਦਿੰਦਾ, ਸੰਸਾਰਿਕ ਵਸਤੂਆਂ, ਸੰਸਾਰਿਕ ਚੀਜ਼ਾਂ, ਸੰਸਾਰਿਕ ਗੱਲਾਂ ਨੂੰ ਪਹਿਲ ਦਿੰਦਾ, ਤੇ ਲਿਖਿਆ ਗਿਆ ਕਿ ਮਨੁੱਖ ਨੂੰ ਕੀ ਲਾਭ ਆ? ਇਨਸਾਨ ਨੂੰ, ਆਦਮੀ ਨੂੰ ਕੀ ਲਾਭ ਕੀ ਆ ਕਿ ਸਾਰੇ ਜਗਤ ਨੂੰ ਕਮਾ ਲਵੇ ਤੇ ਆਪਣੀ ਜਾਨ ਦਾ ਕੀ ਕਰ ਲਵੇ? ਨੁਕਸਾਨ ਕਰ ਲਵੇ। ਇਨਸਾਨ ਜਗਤ ਨੂੰ ਕਮਾ ਲਵੇ, ਸਾਰੇ ਜਗਤ ਨੂੰ। ਲਿਖਿਆ ਗਿਆ ਹੋ ਸਕਦਾ ਉਹ ਆਪਣੇ ਨਗਰ ਦਾ ਪ੍ਰਧਾਨ ਹੋਵੇ, ਨਗਰ ਨੂੰ ਕਮਾਇਆ ਹੋਵੇ, ਮਹੱਲੇ ਦਾ ਪ੍ਰਧਾਨ ਹੋਵੇ, ਆਪਣੇ ਸ਼ਹਿਰ ਦਾ ਪ੍ਰਧਾਨ ਹੋਵੇ, ਆਪਣੇ ਸਟੇਟ ਦਾ ਪ੍ਰਧਾਨ ਹੋਵੇ, ਆਪਣੇ ਦੇਸ਼ ਦਾ ਪ੍ਰਧਾਨ ਹੋਵੇ। ਪਰ ਇੱਥੇ ਲਿਖਿਆ ਗਿਆ ਕਿ ਸਾਰੇ ਜਗਤ ਨੂੰ ਵੀ ਕਮਾ ਲਵੇ, ਸਾਰੇ ਜਗਤ ਦੇ ਉੱਤੇ ਵੀ ਉਹ ਹੋ ਜਾਵੇ, ਤੇ ਉਹਨੂੰ ਲਾਭ ਕੀ ਆ?
कि जे ਉਹਦੀ ਜਾਨ ਦਾ ਕੀ ਹੋ ਜਾਵੇ, ਨੁਕਸਾਨ ਹੋ ਜਾਵੇ। तो ਇਹਦਾ ਮਤਲਬ ਹੈ ਕਿ ਸਾਨੂੰ ਆਤਮਿਕ ਗੱਲਾਂ ਵੱਲ ਧਿਆਨ ਲਗਾਉਣਾ ਚਾਹੀਦਾ। ਸਾਰੀ ਦੁਨੀਆ ਦਾ ਜੇ ਇਨਸਾਨ ਮਾਲਕ ਬਣ ਜਾਏ, ਹੋ ਸਕਦਾ ਤੁਸੀਂ ਆਪਣੇ ਪਿੰਡ ਦੇ ਮਾਲਕ ਹੋਵੋ, ਆਪਣੇ ਮੁਹੱਲੇ ਦੇ ਮਾਲਕ ਹੋਵੋ, ਆਪਣੀ ਸਟੇਟ ਦੇ ਮਾਲਕ ਹੋਵੋ, ਆਪਣੇ ਦੇਸ਼ ਦੇ ਮਾਲਕ ਹੋਵੋ, ਪਰ ਲਿਖਿਆ ਗਿਆ ਕਿ ਸਾਰੀ ਦੁਨੀਆ ਦਾ ਮਾਲਿਕ ਬਣ ਜਾਵੇ ਤੇ ਉਹਨੂੰ ਕੀ ਲਾਭ ਕੀ ਆ, ਜੋ ਆਪਣੀ ਜਾਨ ਦਾ ਕੀ ਕਰ ਲਵੇਗਾ, ਨੁਕਸਾਨ। ਤੋ ਜਿਵੇਂ ਅਸੀਂ ਪੜ੍ਹਿਆ ਕਿ ਮਸੀਹ ਦੇਹ ਦਾ ਸਿਰ ਆ, ਤੇ ਉਹ ਸਾਰੀਆਂ ਗੱਲਾਂ ਦੇ ਵਿੱਚ ਕੀ ਹੋਣਾ ਚਾਹੀਦਾ, ਪ੍ਰਧਾਨ ਹੋਣਾ ਚਾਹੀਦਾ। ਇਹਦਾ ਮਤਲਬ ਹੈ ਕਿ ਸਾਡੇ ਜੀਵਨ ਦੇ ਵਿੱਚ ਪਹਿਲ ਜਿਹੜੀ ਆ ਖੁਦਾ ਦੀ ਹੋਣੀ ਚਾਹੀਦੀ ਆ ਹਰ ਗੱਲ ਦੇ ਵਿੱਚ। ਬਹੁਤ ਲੋਕ ਜਿਹੜੇ ਨੇ ਖੁਦਾ ਨੂੰ ਪਿੱਛੇ ਰੱਖਦੇ ਨੇ ਆਪਣੇ ਜੀਵਨ ਦੇ ਵਿੱਚ, ਕਿ ਉਹਨੂੰ ਉਹ ਦਰਜਾ ਨਹੀਂ ਦੇ ਪਾਉਂਦੇ ਦੁਨਿਆਵੀ ਕੰਮਾਂ, ਦੁਨਿਆਵੀ ਸੋਚਾਂ, ਦੁਨਿਆਵੀ ਗੱਲਾਂ। ਇੱਕ ਛੋਟਾ ਜਿਹਾ ਹੀ ਤੁਸੀਂ ਅਜ਼ਮਾ ਕੇ ਦੇਖ ਲੈਣਾ। ਬਹੁਤ ਲੋਕ ਕਹਿੰਦੇ ਨੇ ਕਿ ਕੀ ਕਰੀਏ ਜੀ, ਉੱਠਿਆ ਨਹੀਂ ਜਾਂਦਾ, ਦੁਆ 'ਤੇ ਸਵੇਰੇ ਉੱਠਿਆ ਨਹੀਂ ਜਾਂਦਾ। ਰਿਸ਼ਤੇਦਾਰਾਂ ਦੇ, ਗੁਆਂਢੀਆਂ ਦੇ ਵਿਆਹ ਦਾ ਕਾਰਡ ਆ ਜਾਵੇ, ਪਹਿਲੀ ਬੱਸ ਫੜੇਗਾ ਇਨਸਾਨ ਕਿ ਨਹੀਂ। ਹੁਣ ਤੇ ਕਰੋਨਾ ਦੇ ਕਰਕੇ ਸਕੂਲ ਬੰਦ ਹੋਏ ਨੇ, ਬੱਚੇ ਸਕੂਲ ਜਾਂਦੇ ਸੀ, ਸਮੇਂ ਸਿਰ ਟਿਫਨ ਤਿਆਰ ਹੁੰਦਾ ਸੀਗਾ ਕਿ ਨਹੀਂ। 7:30 ਵਜੇ ਜੇ ਵੈਨ ਦਾ ਟਾਈਮ ਆ ਤੇ ਬੱਚਾ ਯੂਨੀਫਾਰਮ ਪਾ ਕੇ ਟਿਫਨ ਹੱਥ 'ਚ ਫੜ ਕੇ ਜਿੱਥੇ ਵੈਨ ਖੜ੍ਹਦੀ ਆ ਉੱਥੇ ਖੜਾ ਹੁੰਦਾ, ਮਾਂ ਖੜੀ ਹੁੰਦੀ ਆ ਨਾਲ ਕਿ ਨਹੀਂ, ਖੜ੍ਹਦੀ ਆ ਨਾ। ਤੇ ਇਹਦਾ ਮਤਲਬ ਹੈ ਕਿ ਖੁਦਾ ਦੀ ਵਾਰੀ ਜਦੋਂ ਕਹਿੰਦੇ ਕਿ ਉੱਠਿਆ ਨਹੀਂ ਜਾਂਦਾ, ਇਹਦਾ ਮਤਲਬ ਹੈ ਕਿ ਅਸੀਂ ਉਦੋਂ ਆਪਣੇ ਦਿਮਾਗ ਨੂੰ ਕੀ ਕਰ ਲੈਂਦੇ ਆ, ਰੈਸਟ ਦੇ ਉੱਤੇ, ਆਰਾਮ ਦੇ ਉੱਤੇ ਲੈ ਆਉਂਦੇ ਆ ਕਿ ਕੋਈ ਗੱਲ ਨਹੀਂ, ਬੇਫਿਕਰੀ ਹੋ ਜਾਂਦੇ ਆ। ਜਦੋਂ ਅੰਦਰ ਇਹ ਹੁੰਦਾ ਬੋਝ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਜਾਵੇ, ਤੇ ਉਦੋਂ ਫਿਰ ਦਿਮਾਗ ਵੀ ਫਰਤੀਲੇਪਨ ਦੇ ਨਾਲ ਹੀ ਸੁਬਾਹ ਸਮੇਂ ਸਿਰ ਕੀ ਹੁੰਦਾ, ਜਗਾਉਂਦਾ ਆ। ਕਿਰਿਆ ਇਨਸਾਨ ਦੇ ਸਰੀਰ ਦੇ ਅੰਦਰ ਹੀ ਹੁੰਦੀ ਆ, ਦੇਹ ਦੇ ਅੰਦਰ ਹੀ ਹੁੰਦੀ ਹੈ, ਕਿ ਤੁਸੀਂ ਕਿਸ ਤਰ੍ਹਾਂ ਦਾ ਚੱਲਣਾ ਆ। ਤੋ ਉਹ ਸਾਰੀਆਂ ਗੱਲਾਂ ਦੇ ਵਿੱਚ ਲਿਖਿਆ ਗਿਆ ਕਿ ਪ੍ਰਧਾਨ ਹੋਣਾ ਚਾਹੀਦਾ ਆ, ਸਾਰੀਆਂ ਗੱਲਾਂ ਦੇ ਵਿੱਚ ਉਹ ਸਿਰ ਹੋਣਾ ਚਾਹੀਦਾ ਆ, ਹਰ ਗੱਲ ਦੇ ਵਿੱਚ ਪਹਿਲ ਉਹਦੀ ਹੋਣੀ ਚਾਹੀਦੀ ਹੈ। ਤੋ ਪਹਿਲ ਜਿਹੜੀ ਆ ਅਸੀਂ ਕਿਵੇਂ ਦੇਣੀ ਆ, ਤੁਹਾਨੂੰ ਪੁੱਛ ਲਿਆ ਜਾਵੇ ਕਿ ਤੁਸੀਂ ਕੀ ਚਾਹੁੰਦੇ ਜੇ, ਖੁਦਾ ਹੀ ਤੁਹਾਨੂੰ ਪੁੱਛ ਲਵੇ ਮਨ ਕਿ ਦੱਸ ਮੈਂ ਤੇਰੇ ਲਈ ਕੀ ਕਰਾਂ। ਮੰਗ ਜੋ ਕੁਝ ਮੰਗਣਾ ਹੀ। ਇਹਦਾ ਮਤਲਬ ਹੈ ਕਿ ਮੰਗਣ ਦਾ ਵੀ ਜਿੰਨਾ ਚਿਰ ਗਿਆਨ ਨਹੀਂ ਹੋਵੇਗਾ, ਇਨਸਾਨ ਸਹੀ ਮੰਗ ਨਹੀਂ ਸਕਦਾ। ਇੱਕ ਸਹੀ ਗਿਆਨ ਹੋਣਾ ਚਾਹੀਦਾ ਕਿ ਖੁਦਾ ਦੇ ਕੋਲੋਂ ਵੀ ਕੀ ਲੈਣਾ ਤੇ ਕਿਵੇਂ ਲੈਣਾ, ਕਦੋਂ ਲੈਣਾ। ਯਾਕੂਬ ਦੇ ਬਾਰੇ ਲਿਖਿਆ ਗਿਆ ਕਿ ਉਹਨੇ ਆਪਣੇ ਜੀਵਨ ਦੇ ਵਿੱਚ ਸਿਰਫ ਕੀ ਮੰਗਿਆ ਸੀਗਾ, ਕੀ ਮੰਗਿਆ ਸੀ, ਵਸਤਰ ਤੇ ਰੋਟੀ। ਪੜ੍ਹ ਲਵਾਂਗੇ, ਉਤਪਤੀ 28 ਬਾਬ ਦੀ ਵੀ ਹੈ। याकूब ने ये आके सुखना सुखी, भाई ये यहोवा परमेश्वर मेरे अंग संग होवे, और इस मार्ग में जिस विच मैं तुरिया जांदा हां मेरी राखी करे, और खान नूं प्रसादी और पाउण नूं वस्त्र मैनूं देवे, ਅਤੇ मैं शांति नाल अपने पिता दे घर नूं मुड़ा तां ਕੱਲ ਪਰਸੋਂ ਦੀ ਗੱਲ ਹੀ ਆ ਕਿ ਖੁਦਾ ਦੱਸ ਰਹੇ ਵੀ ਬਹੁਤ ਲੋਕ ਜਿਹੜੇ ਨੇ ਉਹ ਸਿਰਫ ਮੈਨੂੰ ਆਪਣਾ ਗਨਮੈਨ ਤੱਕ ਹੀ ਸਮਝਦੇ ਨੇ। ਕੱਲ ਹੀ ਮੈਨੂੰ ਅਚਾਨਕ ਹੀ ਖੁਦਾ ਨੇ ਦੱਸਿਆ ਕਿ ਬਹੁਤੇ ਮੈਨੂੰ ਸਿਰਫ ਆਪਣਾ ਗਨਮੈਨ ਤੱਕ ਹੀ ਸਮਝਦੇ ਨੇ ਵੀ ਇਹ ਖੁਦਾ ਸਾਡੀ ਕੀ ਕਰੇ, ਰਕਸ਼ਾ ਕਰੇ। ਬਸ ਉਹਨਾਂ ਦੀ ਦੁਆ ਇੱਥੋਂ ਤੱਕ ਹੀ ਹੁੰਦੀ ਆ ਕਿ ਉਹ ਜਿਵੇਂ ਇੱਕ ਗਨਮੈਨ ਨਾਲ ਹੁੰਦਾ ਹੈ ਨਾ, ਸਮਝ ਰਹੇ ਜੀ। ਹੁਣ ਯਾਕੂਬ ਕੀ ਮੰਗ ਰਿਹਾ ਖੁਦਾ ਦੇ ਕੋਲੋਂ ਕਿ ਇਹ ਸਫ਼ਰ ਦੇ ਵਿੱਚ ਮੇਰੀ ਰਕਸ਼ਾ ਕਰੇ, ਹੋਰ ਖਾਣ ਨੂੰ ਰੋਟੀ ਤੇ ਪਹਿਨਣ ਨੂੰ ਕੱਪੜਾ। ਇਹਨੇ ਇਹ ਚੀਜ਼ਾਂ ਮੰਗੀਆਂ ਨੇ ਯਾਕੂਬ। ਹੁਣ ਮੰਗਣਾ ਕੀ ਚਾਹੀਦਾ,
अलग तरीक़िਆਂ ਦੇ ਨਾਲ ਬਾਈਬਲ ਦੇ ਅੰਦਰ ਸਭ ਲੋਕਾਂ ਨੇ ਮੰਗਿਆ ਆ। ਪਰ ਮੰਗਣਾ ਕੀ ਚਾਹੀਦਾ ਆ ਤੇ ਕਿਵੇਂ ਚਾਹੀਦਾ ਆ ਖੁਦਾ ਦੇ ਕੋਲੋਂ। ਸੁਲੇਮਾਨ ਦੇ ਬਾਰੇ ਲਿਖਿਆ ਗਿਆ ਕਿ ਜਦੋਂ ਅਸੀਂ ਪੜ੍ਹਦੇ ਹਾਂ ਕਿ ਉਹਨੇ ਆਪਣੇ ਜੀਵਨ ਦੇ ਵਾਸਤੇ ਕੀ ਮੰਗੀ ਸੀਗੀ, ਬੁੱਧ ਮੰਗੀ ਸੀਗੀ। ਪਹਿਲਾ ਰਾਜਾ 2 ਦੀ 9 ਤੋਂ 11 ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤੇ ਲਿਖਿਆ ਗਿਆ ਕਿ ਉਹਨੇ ਆਪਣੇ ਵਾਸਤੇ ਸਮਝ ਮੰਗ ਲਈ, ਬੁੱਧ ਮੰਗ ਲਈ। ਹੁਣ ਤੂੰ ਉਸ ਨੂੰ ਸਜ਼ਾ ਦਿੱਤੀ ਬਿਨਾ ਨਾ ਛੱਡੀ, ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈ। 3 ਬਾਬ ਦੀ 9 ਤੋਂ 11। ਪਹਿਲਾ ਰਾਜਾ 3 ਬਾਬ ਉਹਦੀ 9 ਤੋਂ 11। ਹਾਂਜੀ। ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮੰਨ ਦੇ, ਭਾਈ ਉਹ ਤੇਰੀ ਪ੍ਰਜਾ ਦਾ ਨਿਆਂ ਕਰ ਸਕੇ। ਇਸ ਲਈ ਭਾਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾਂ, ਕਿਉਂ ਜੋ ਤੇਰੇ ਬਹੁਤੇ ਲੋਕਾਂ ਦਾ ਨਿਆਂ ਕੌਣ ਕਰ ਸਕਦਾ ਹੈ। ਤਾਂ ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ। ਇਹ ਗੱਲ ਜਿਹੜੀ ਆ ਇਹਨੇ ਬੁੱਧ ਮੰਗੀ ਆ ਤੇ ਖੁਦਾ ਨੂੰ ਇਹ ਬੁਰੀ ਲੱਗੀ ਆ ਕਿ ਚੰਗੀ ਲੱਗੀ? ਖੁਦਾ ਨੂੰ ਚੰਗੀ ਲੱਗੀ ਹੈ ਨਾ, ਕਿ ਉਹਨੇ ਬੁੱਧ ਮੰਗੀ ਆ। ਹਾਂਜੀ। ਭਾਈ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ। ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ, ਨਾ ਆਪਣੇ ਲਈ ਧਨ ਮੰਗਿਆ ਹੈ, ਨਾ ਆਪਣੇ ਲਈ ਧਨ ਮੰਗਿਆ, ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ, ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ। ਕਿ ਆਪਣੇ ਲਈ ਨਿਆਂ ਦੇ ਸੁਣਨ ਵਾਸਤੇ ਕੀ ਮੰਗ ਲਈ ਆ? ਬੁੱਧ ਮੰਗ ਲਈ ਆ। ਖੁਦਾ ਨੂੰ ਇਹ ਚੰਗੀ ਲੱਗੀ। ਹੁਣ ਅੱਜ ਅਸੀਂ ਇਹ ਦੇਖਣਾ ਵਾ ਕਿ ਉੱਤਮ ਕੀ ਹੋ ਸਕਦਾ ਜਿਹੜਾ ਮੰਗਣਾ ਇਨਸਾਨ ਨੇ ਖੁਦਾ ਦੇ ਕੋਲ। ਇੱਥੇ ਸੁਲੇਮਾਨ ਨੇ ਖੁਦਾ ਦੇ ਕੋਲੋਂ ਬੁੱਧ ਮੰਗੀ ਆ ਤੇ ਖੁਦਾ ਨੇ ਕਿਹਾ ਬਹੁਤ ਚੰਗੀ ਗੱਲ ਹੈ ਕਿ ਉਹਨੇ ਕੀ ਮੰਗ ਲਈ ਆ? ਬੁੱਧ ਮੰਗ ਲਈ। ਜਬੇਸ਼ ਦੇ ਬਾਰੇ ਲਿਖਿਆ ਗਿਆ, ਜਦੋਂ ਪਹਿਲਾ ਇਤਿਹਾਸ 4 ਬਾਬ ਦੀ 10 ਐਤ ਪੜ੍ਹਦੇ ਆ, ਉਹਨੇ ਆਪਣੇ ਵਾਸਤੇ ਕੀ ਮੰਗਿਆ? ਕਿ ਉਹਦੀਆਂ ਹੱਦਾਂ ਨੂੰ ਕੀ ਕਰ ਦਿੱਤਾ ਜਾਵੇ? ਵਧਾਇਆ ਜਾਵੇ। ਹਾਂਜੀ। ਪਹਿਲਾ ਇਤਿਹਾਸ 4 ਦੀ 10। ਅਤੇ ਜਾਬੇਸ਼ ਨੇ ਇਸਰਾਇਲ ਦੇ ਪਰਮੇਸ਼ਰ ਅੱਗੇ ਬੇਨਤੀ ਕਰਕੇ ਆਖਿਆ, ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਾਈ ਤੋਂ ਬਚਾਉਂਦਾ, ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ। ਅਤੇ ਪਰਮੇਸ਼ਰ ਨੇ ਉਹਦੀਆਂ ਪੌਣੀਆਂ ਪੂਰੀਆਂ ਕੀਤੀਆਂ। ਇਸੇ ਜਬੇਸ਼ ਦੀਆਂ ਪੌਣੀਆਂ ਜਿਹੜੀਆਂ ਸੀਗੀਆਂ, ਜਬੇਸ਼ ਦੀ ਜਿਹੜੀ ਮੰਗ ਸੀ ਖੁਦਾ ਨੇ ਕੀ ਕਰ ਦਿੱਤੀ? ਪੂਰੀ ਕਰ ਦਿੱਤੀ। ਪਰ ਉਹਨੇ ਕੀ ਮੰਗਿਆ? ਫਿਰ ਪੜ੍ਹੋ। ਅਤੇ ਜਾਬੇਸ਼ ਨੇ ਇਸਰਾਇਲ ਦੇ ਪਰਮੇਸ਼ਰ ਅੱਗੇ ਬੇਨਤੀ ਕਰਕੇ ਆਖਿਆ, ਉਹਨੇ ਦੁਆ ਕਰਕੇ ਬੇਨਤੀ ਕਰਕੇ ਇਹ ਆਖਿਆ, ਕਾਸ਼ ਕਿ ਤੂੰ ਮੈਨੂੰ ਕਾਸ਼ 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 ਕਿ ਤੂੰ ਮੈਨੂੰ ਕੀ ਕਰਦਾ? ਸੱਚਮੁੱਚ ਬਰਕਤ ਦਿੰਦਾ। ਸੱਚਮੁੱਚ ਬਰਕਤ ਦਿੰਦਾ। ਹਾਂਜੀ। ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ। ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ। ਅਤੇ ਤੂੰ ਮੈਨੂੰ ਬੁਰਾਈ ਤੋਂ ਬਚਾਉਂਦਾ, ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ। ਅਤੇ ਪਰਮੇਸ਼ਰ ਨੇ ਉਹਦੀਆਂ ਪੌਣੀਆਂ ਪੂਰੀਆਂ ਕੀਤੀਆਂ। ਤੇ ਜਬੇਸ਼ ਨੇ ਆਪਣੀਆਂ ਹੱਦਾਂ ਨੂੰ ਵਧਾਉਣ ਦੇ ਵਾਸਤੇ ਖੁਦਾ ਦੇ ਕੋਲੋਂ ਮੰਗ ਕੀਤੀ। ਖੁਦਾ ਨੇ ਉਹਦੀ ਇਸ ਚਾਹਤ ਨੂੰ ਕੀ ਕੀਤਾ? ਪੂਰਾ ਕੀਤਾ। ਪਰ ਦਾਊਦ ਨੇ ਇਹਨਾਂ ਸਾਰਿਆਂ ਨਾਲੋਂ ਉੱਤਮ ਮੰਗਿਆ। ਦਾਊਦ ਨੇ ਕੀ ਮੰਗਿਆ? ਵਚਨ ਸੰਹਿਤਾ 27 ਦੀ 4 ਆਇਤ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ ਕਿ ਮੈਂ ਜੀਵਨ ਭਰ ਯਹੋਵਾ ਦੇ ਘਰ ਵਸਾਂ, ਤਾਂ ਜੋ ਮੈਂ ਯਹੋਵਾ ਦੀ ਮਨੋਰਥਾ ਨੂੰ ਤੱਕਾਂ ਅਤੇ ਉਹਦੀ ਹੈਕਲ ਵਿੱਚ ਧਿਆਨ ਕਰਾਂ। ਮੈਂ ਇੱਕ ਗੱਲ ਯਹੋਵਾ ਤੋਂ ਮੰਗੀ ਆ ਕਿ ਮੈਂ ਜ਼ਿੰਦਗੀ ਭਰ ਕਿੱਥੇ ਵਸਾਂ? ਯਹੋਵਾ ਦੇ ਘਰ। ਯਹੋਵਾ ਦੇ ਘਰ ਵਿੱਚ ਵਸਾਂ ਤੇ ਹਮੇਸ਼ਾ ਉਹਦੀ ਮਨੋਰਥਾ ਨੂੰ ਕੀ ਕਰਦਾ ਰਵਾਂ? ਤੱਕਦਾ ਰਵਾਂ। ਜਦੋਂ ਅਸੀਂ ਪਹਿਲਾ ਵਚਨ ਤੇ ਤੀਸਰਾ ਵਚਨ ਇਹਦਾ ਪੜ੍ਹਦੇ ਹਾਂ, ਇੱਥੇ ਤਾਂ ਉਹਨੇ ਇੱਕ ਗੱਲ ਹੋਰ ਨਾਲ ਕਹੀ ਆ। ਹਾਂਜੀ। ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾ ਮੇਰੇ ਜੀਵਨ ਦਾ ਗੜ੍ਹ ਹੈ,
मैं किस दा भै खावां। भावें एक दल मेरे विरुद्ध डेरा ला लवे तां भी मेरा दिल ना डरेगा। भावें मेरे विरुद्ध युद्ध उठे इस विच भी मैं आशवंत हाँ। ਇੱਥੇ ਦੋ ਗੱਲਾਂ ਉਹਨੇ ਕਹੀਆਂ ਨੇ, ਜ਼ਿੰਦਗੀ ਤੇ ਮੌਤ ਦੇ ਬਾਰੇ। ਪਹਿਲੀ ਐਤ ਵਿੱਚ ਜ਼ਿੰਦਗੀ ਦੇ ਬਾਰੇ ਕਿਹਾ ਵਾ, ਜੀਵਨ ਦੇ ਬਾਰੇ 'ਚ ਉਹਨੇ ਕਿਹਾ ਆ। ਤੀਸਰੀ ਆਇਤ ਵਿੱਚ ਉਹਨੇ ਮੌਤ ਦੇ ਬਾਰੇ ਕਿਹਾ ਆ ਕਿ ਜੀਵਨ ਦਾ ਵੀ ਤੇ ਮੌਤ ਦਾ ਵੀ ਮੈਨੂੰ ਕੋਈ ਡਰ ਨਹੀਂ ਹੈ। ਨਾ ਹੀ ਜੀਵਨ ਦਾ ਡਰ ਆ ਤੇ ਨਾ ਹੀ ਮੌਤ ਦਾ। ਸਮਝ ਰਹੇ ਨਾ, ਤੇ ਕੀ ਗਿਆਨ ਆ ਉਹਦੇ ਵਿੱਚ ਬਰੀਕੀ। ਅੱਛਾ, ਇਹ ਤੇ ਗੱਲ ਅਸੀਂ ਸਾਰੇ ਮੰਨ ਲੈਂਦੇ ਹਾਂ ਕਿ ਬਹੁਤ ਸਾਰੇ ਲੋਕ ਕਹਿ ਦੇਣਗੇ ਕਿ ਮੈਨੂੰ ਮੌਤ ਦੀ ਪਰਵਾਹ ਨਹੀਂ। ਇੱਥੇ ਉਹ ਜੀਵਨ ਦੀ ਵੀ ਡਰ ਨਹੀਂ ਕਰ ਰਿਹਾ, ਜੀਵਨ ਦੀ ਵੀ ਪਰਵਾਹ ਨਹੀਂ ਕਰ ਰਿਹਾ। ਸਮਝ ਰਹੇ ਕਿ ਨਹੀਂ ਸਮਝੇ ਜੀ? ਫਿਰ ਪੜੋ ਇਹਨੂੰ, ਪਹਿਲੀ ਆਇਤ ਨੂੰ, ਫਿਰ ਸਮਝ ਆਏਗਾ। ਹਾਂਜੀ। यहोवा मेरा चानन अते मेरा बचाव है, मैं किस तो डरा। यहोवा मेरे जीवन दा गढ़ है, मैं किस दा भै खावां। ਇੱਥੇ ਜੀਵਨ ਦੇ ਬਾਰੇ ਉਹਨੇ ਕਿਹਾ। ਤੀਸਰੀ ਆਇਤ ਉਹਨੇ ਮੌਤ ਦੇ ਬਾਰੇ ਕਿਹਾ ਕਿ ਮੈਂ ਕਿਹਦੇ ਤੋਂ ਡਰਾਂ, ਵੀ ਨਾ ਤੇ ਜੀਵਨ ਦਾ ਡਰ ਆ ਤੇ ਨਾ ਹੀ ਮੌਤ ਦਾ। ਕਹਿਣ ਦਾ ਭਾਵ ਸੀ, ਉਹਨੇ ਕਿਹਾ ਕਿ ਮੈਂ ਇੱਕ ਹੀ ਗੱਲ ਮੰਗੀ ਆ ਕਿ ਜੀਵਨ ਭਰ ਖੁਦਾ ਦੇ ਘਰ ਵਸਾਂ। ਉਹਨੂੰ ਪਤਾ ਸੀ ਜ਼ਿੰਦਗੀ ਤੋਂ ਮਿਲਣੀ ਹੈ, ਡਰ ਉਹਦੇ ਅੰਦਰੋਂ ਚਲਾ ਗਿਆ ਕਿ ਪਤਾ ਨਹੀਂ ਜੀਵਨ ਮਿਲਣਾ ਆ ਜਾਂ ਨਹੀਂ ਮਿਲਣਾ, ਪਤਾ ਨਹੀਂ ਨਵਾਂ ਜੀਵਨ ਦੇਗਾ ਖੁਦਾ ਕਿ ਨਹੀਂ ਦੇਗਾ, ਪਤਾ ਨਹੀਂ ਮੈਂ ਸਵਰਗ ਜਾਣਾ ਕਿ ਨਹੀਂ ਜਾਣਾ, ਕਿਤੇ ਮੈਂ ਨਰਕ 'ਚ ਨਾ ਚਲ ਜਾ, ਕਿਤੇ ਮੇਰੇ ਕੋਲ ਕੋਈ ਗਲਤੀ ਨਾ ਹੋ ਜੇ, ਹੈ ਨਾ। ਬੜੇ ਲੋਕ ਇੱਦਾਂ ਵਿਸ਼ਵਾਸੀ ਬਹੁਤ ਲੋਕ ਡਰਦੇ ਨੇ ਕਿ ਕਿਤੇ ਮੇਰੇ ਕੋਲ ਗਲਤੀ ਨਾ ਹੋ ਜੇ। ਇਹ ਉਹਦੇ ਅੰਦਰੋਂ ਡਰ ਨਿਕਲ ਗਿਆ ਕਿ ਕਹਿੰਦਾ ਮੈਂ ਇੱਕ ਹੀ ਗੱਲ ਵਸੀ ਆ ਕਿ ਮੈਂ ਯਹੋਵਾ ਦੇ ਘਰ ਵਸਣਾ, ਤੇ ਘਰ ਵਸਣਾ ਤੇ ਫਿਰ ਜ਼ਿੰਦਗੀ ਤੇ ਮਿਲਣੀ। ਇੱਕ ਬੜਾ ਵਿਸ਼ਵਾਸ, ਉੱਤਮ ਵਿਸ਼ਵਾਸ ਕਿ ਮੈਂ ਜੀਵਨ ਭਰ ਉਹਦੀ ਮਨੋਰਥਾ ਨੂੰ ਕੀ ਕਰਾਂ, ਤੱਕਾਂ। ਇਹਦਾ ਮਤਲਬ ਕਿ ਉਹਨੇ ਉਸ ਚੀਜ਼ ਨੂੰ ਮੰਗਿਆ। ਜ਼ਿੰਦਗੀ ਮੌਤ ਦਾ ਨਹੀਂ ਕਹਿੰਦਾ, ਮੈਨੂੰ ਵੀ ਕੋਈ ਪਰਵਾਹ ਦੀ ਗੱਲ। ਜਿਹਨੇ ਬੁਲਾਇਆ ਉਹਨੇ ਜ਼ਿੰਦਗੀ ਦਿੱਤੀ ਤੇ ਮੌਤ ਦਾ ਉਹਦੇ ਤੇ ਕੋਈ ਵਸ ਹੈ ਨਹੀਂ। ਇਹ ਵਿਸ਼ਵਾਸ ਆ ਗਿਆ ਉਹਦੇ ਅੰਦਰ, ਇਹਨਾਂ ਚੀਜ਼ਾਂ ਤੋਂ ਰਹਿਤ ਹੋ ਗਿਆ ਕਿ ਇੰਨੇ ਜਿਹੜੇ ਵਿਸ਼ਵਾਸ ਦੇ ਨਾਲ ਉਹਨੇ ਕਿਹਾ ਕਿ ਮੈਂ ਇੱਕ ਹੀ ਗੱਲ ਮੰਗੀ ਆ। ਇਸੇ ਕਰਕੇ ਇਹਦੀ ਗਵਾਹੀ ਦਿੱਤੀ ਗਈ ਆ ਦਾਊਦ ਦੇ ਬਾਰੇ। ਖੁਦਾ ਨੇ ਗਵਾਹੀ ਦਿੱਤੀ ਆ ਖੁਦ। ਜਦੋਂ ਅਸੀਂ ਰਸੂਲਾਂ ਦੇ ਕਰਤਾ ਪ੍ਰੇਰਿਤ ਹੋ ਕੇ ਕਾਮ 13 ਬਾਬ ਉਹਦੀ 22 ਐਤ ਨੂੰ ਪੜ੍ਹਦੇ ਹਾਂ। ਫਿਰ ਉਹਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ, ਭਾਈ ਉਹਨਾਂ ਦਾ ਪਾਤਸ਼ਾਹ ਹੋਵੇ, ਜਿਹਦੇ ਹੱਕ ਵਿੱਚ ਉਹਨੇ ਸਾਖੀ ਦੇ ਕੇ ਆਖਿਆ, ਭਾਈ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ। ਤੋ ਇੱਥੇ ਖੁਦਾ ਉਹਦੇ ਬਾਰੇ ਗਵਾਹੀ ਦੇ ਰਹੇ ਆ। ਉਹ ਖੁਦ ਗਵਾਹ ਆ। ਖੁਦਾ ਨੇ ਕੀ ਦਾਊਦ ਦੇ ਬਾਰੇ ਗਵਾਹੀ ਦਿੱਤੀ ਆ। ਫਿਰ ਦੁਬਾਰੇ ਇਹਨੂੰ ਸਮਝੋ, ਇੱਕ ਸ਼ਬਦ ਨੂੰ। ਫਿਰ ਉਹਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ, ਭਾਈ ਉਹਨਾਂ ਦਾ ਪਾਤਸ਼ਾਹ ਹੋਵੇ, ਜਿਹਦੇ ਹੱਕ ਵਿੱਚ ਉਹਨੇ ਸਾਖੀ ਦੇ ਕੇ, ਜਿਹਦੇ ਹੱਕ ਦੇ ਵਿੱਚ ਉਹਨੇ ਆਪ ਗਵਾਹੀ ਦਿੱਤੀ ਆ, ਸਾਖੀ ਦਿੱਤੀ ਆ। ਖੁਦਾ ਆਪ ਗਵਾਹ ਬਣਿਆ। ਹਾਂਜੀ। ਭਾਈ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਯੱਸੀ ਦਾ ਪੁੱਤਰ ਜਿਹੜਾ ਦਾਊਦ ਆ, ਹੁਣ ਇੱਥੇ ਦਾਊਦ ਖੁਦਾ ਦੇ ਮਨ ਭਾਉਂਦਾ ਸੀ। ਦਾਊਦ ਜਿਹੜਾ ਸੀਗਾ ਖੁਦਾ ਦੇ ਮਨ ਨੂੰ ਭਾਉਂਦਾ ਸੀ। ਪਰ ਇੱਥੇ ਨਾਲ ਜੱਸੀ ਦਾ ਨਾਮ ਵੀ ਆ ਗਿਆ। ਇਹਦਾ ਮਤਲਬ ਉਹਨੇ ਮਨ ਭਾਉਂਦਾ, ਖੁਦਾ ਦੇ ਮਨ ਨੂੰ ਭਾ ਗਿਆ, ਤੇ ਉਹਦੇ ਪਿਓ ਦਾ ਨਾਮ ਹੀ ਨਾਲ ਹੀ ਇਤਿਹਾਸ ਦੇ ਵਿੱਚ ਕੀ ਹੋ ਗਿਆ, ਲਿਖਿਆ ਗਿਆ ਕਿ ਜੱਸੀ ਦਾ ਜਿਹੜਾ ਪੁੱਤਰ ਦਾਊਦ ਆ, ਉਹਦੇ ਬਾਪ ਦਾ ਨਾਮ ਹੀ ਉਹਨਾਂ ਇਤਿਹਾਸ ਦੇ ਵਿੱਚ ਲਿਖਿਆ ਜਾ ਰਿਹਾ ਨਾ। ਯਸ਼ਾਇਆ ਨੇ ਭਵਿੱਖਬਾਣੀਆਂ ਕੀਤੀਆਂ ਤੇ ਉਹਨੇ ਵੀ ਕਿਹਾ ਕਿ ਜੱਸੀ ਦਾ ਪੁੱਤਰ ਦਾਊਦ। ਇਹਦਾ ਮਤਲਬ ਕਿ ਅੱਜ ਜੇ ਬੱਚੇ ਖੁਦਾ ਦੇ ਮਨ ਨੂੰ ਭਾਉਂਦੇ ਨੇ ਤੇ ਮਾਂ ਬਾਪ ਦਾ ਵੀ ਨਾਂ ਨਾਲ ਰੌਸ਼ਨ ਹੁੰਦਾ ਆ। ਮਾਂ ਬਾਪ ਦਾ ਵੀ ਨਾਂ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ। ਤਾਂ ਇਹਦਾ ਮਤਲਬ ਕਿ ਅੱਜ ਕਿਸ ਤਰ੍ਹਾਂ ਦਾ ਜੀਵਨ ਸਾਡਾ ਹੋਣਾ ਚਾਹੀਦਾ
ਇਹ ਤੇ ਤੁਸੀਂ ਉਹ ਭਜਨ ਦੇ ਵਿੱਚੋਂ ਜਿਵੇਂ ਅਸੀਂ ਮੂਸਾ ਦਾ ਗੀਤ ਗਾ ਰਹੇ ਸੀਗੇ, ਜਿਹੜਾ ਦੂਸਰਾ ਹਿੱਸਾ ਸੀਗਾ ਕਿ ਸਾਡੀ ਉਮਰ ਇਸ ਤਰ੍ਹਾਂ ਵਾ ਕਿ ਜਿਵੇਂ ਇੱਕ ਗੁਜ਼ਰੇ ਖਿਆਲ, ਤੇ ਖਿਆਲ ਦੀ ਤਰ੍ਹਾਂ, ਜਿਵੇਂ ਖਿਆਲ ਆਇਆ ਤੇ ਚਲਾ ਗਿਆ। ਅਜੂਬ ਨੇ ਕਿਹਾ ਕਿ ਭਾਵ ਦੀ ਤਰ੍ਹਾਂ। ਭਾਵ ਕੀ ਹੁੰਦੀ ਆ? ਉੱਡ ਜਾਂਦੀ ਆ। ਤਾਂ ਇਹਦਾ ਮਤਲਬ ਹੈ ਕਿ ਇੱਥੇ ਖੁਦਾ ਉਹਦਾ ਗਵਾਹ ਬਣਿਆ, ਤੇ ਨਾਲ ਹੀ ਉਹਦੇ ਬਾਪ ਦਾ ਨਾਮ ਹੀ ਹਿਸਟਰੀ ਦੇ ਵਿੱਚ ਬੋਲਿਆ ਗਿਆ ਕਿ ਉਹ ਮੇਰੇ ਮਨ ਨੂੰ ਭਾਉਂਦਾ ਆ, ਤੇ ਜੱਸੀ ਦਾ ਉਹ ਲੜਕਾ ਆ। ਫਿਰ ਹਾਂਜੀ, ਉਹ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ। ਉਹ ਮੇਰੀ ਸਾਰੀ ਮਰਜ਼ੀ ਕੀ ਕਰੇਗਾ? ਪੂਰੀ ਕਰੇਗਾ। ਇਹਦਾ ਮਤਲਬ ਉਹਦੇ ਮੰਗਣ ਤੋਂ ਹਿਸਾਬ ਕਿਤਾਬ ਲਗਾ ਲਿਆ ਖੁਦਾ ਨੇ। ਅੱਜ ਸਾਡੇ ਮੰਗਣ ਤੋਂ ਹਿਸਾਬ ਕਿਤਾਬ ਲੱਗ ਜਾਂਦਾ। ਬੱਸਾਂ ਵਿੱਚ ਮੰਗਣ ਵਾਲੇ ਹੋਣਗੇ, ਸੜਕਾਂ ਦੇ ਵਿੱਚ, ਬੱਸ ਸਟੈਂਡ ਦੇ ਉੱਤੇ ਤੁਸੀਂ ਹਿਸਾਬ ਕਿਤਾਬ ਲਗਾ ਲੈਂਦੇ ਜੇ ਕਿ ਇਹਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਇਹ ਵਾਕਿਆ ਜ਼ਰੂਰਤਮੰਦ ਆ ਕਿ ਜਾਂ ਨਸ਼ੇ ਦਾ ਪੁਜਾਰੀ ਹੈ ਨਾ। ਤੁਸੀਂ ਹਿਸਾਬ ਕਿਤਾਬ ਲਗਾ ਲੈਂਦੇ ਜੀ। ਸਾਡੇ ਖੁਦਾ ਵੀ ਸਾਡੇ ਲਫਾਜ਼ਾਂ ਤੋਂ ਹੀ ਇਹ ਹਿਸਾਬ ਕਿਤਾਬ ਲਗਾ ਲੈਂਦੇ ਨੇ ਵੀ ਇਹ ਕਿੱਥੇ ਕਿ ਜੇ ਇਹਦਾ ਟੀਚਾ ਕਿੱਥੋਂ ਹੋ ਸਕਦਾ। ਇਹਦਾ ਮਤਲਬ ਕਿ ਦਾਊਦ ਨੇ ਕਿਹਾ ਕਿ ਮੈਂ ਤਾਂ ਜ਼ਿੰਦਗੀ ਭਰ ਖੁਦਾ ਦੇ ਘਰ ਵਿੱਚ ਹੀ ਵਸਣਾ ਚਾਹੁੰਦਾ, ਮੈਨੂੰ ਇਹਨਾਂ ਦੁਨੀਆ ਦੀਆਂ ਚੀਜ਼ਾਂ ਦਾ ਕੋਈ ਨਹੀਂ ਇਹੋ ਜਿਹਾ ਮਤਲਬ ਹੈ ਕਿ ਮੈਂ ਉਹਦੀ ਮਨੋਰਥਾਂ ਨੂੰ ਹਰ ਸਮੇਂ ਕੀ ਕਰਨਾ ਚਾਹੁੰਦਾ? ਤੱਕਣਾ ਚਾਹੁੰਦਾ। ਹਰ ਸਮੇਂ ਮੈਂ ਉਹਨੂੰ ਦੇਖਦਾ ਰਹਾਂ, ਹਰ ਸਮੇਂ ਮੈਂ ਉਹਦੇ ਜਲਾਲ ਨੂੰ ਦੇਖਦਾ ਰਹਾਂ, ਤੱਕਦਾ ਰਹਾਂ, ਨਜ਼ਰ ਉਹਦੇ ਤੇ ਲੱਗੀ ਰਵੇ। ਇਹਨੂੰ ਕਹਿੰਦੇ ਨੇ ਇਸ਼ਕ ਇਲਾਹੀ, ਕਿ ਖੁਦਾ ਦੇ ਨਾਲ ਉਹ ਪਿਆਰ, ਉਹ ਮੁਹੱਬਤ ਪੈ ਜਾਣੀ। ਤੋ ਅੱਜ ਸਾਡੇ ਜੀਵਨ ਦੇ ਵਿੱਚ ਪਹਿਲ ਜਿਹੜੀ ਆ ਖੁਦਾ ਨੂੰ, ਜਿਵੇਂ ਕਿਹਾ ਕਿ ਸਾਰੀਆਂ ਗੱਲਾਂ ਦੇ ਵਿੱਚ ਉਹੀ ਕੀ ਹੋਵੇ? ਪ੍ਰਧਾਨ ਹੋਵੇ। ਉਹ ਦੇਹ ਦਾ ਕੀ ਆ? ਸਿਰ ਆ। ਤੇ ਜੇ ਅਸੀਂ ਦੇਹ ਆ ਤੇ ਫਿਰ ਉਹਨੂੰ ਸਿਰ ਬਣਾਉਣਾ ਤੇ ਕਿਸ ਤਰ੍ਹਾਂ ਬਣਾਉਣਾ ਆ? ਸਿਰ ਅਸੀਂ ਉਹਨੂੰ ਬਣ ਨਹੀਂ ਦਿੰਦੇ, ਆਪਣੇ ਉੱਤੇ ਲੱਗਣ ਨਹੀਂ ਦਿੰਦੇ, ਤੇ ਕੱਲਾ ਧੜ ਫਿਰਦਾ ਹੋਵੇ। ਮੰਨ ਲਓ ਗਰਾਊਂਡ ਦੇ ਵਿੱਚ, ਸਾਹਨੇਵਾਲ ਦੇ ਵਿੱਚ ਕੱਲਾ ਧੜ ਤੁਰਿਆ ਫਿਰਦਾ ਹੋਵੇ, ਤੇ ਲੋਕਾਂ ਡਰਦਿਆਂ ਨੇ ਆਪੇ ਬਾਜ਼ਾਰ ਖਾਲੀ ਕਰ ਦੇਣਾ। ਕਰ ਦੇਣਗੇ ਕਿ ਨਹੀਂ? ਸਮਝ ਰਹੇ ਜੇ ਨਾ ਮੇਰੀ ਗੱਲ ਨੂੰ, ਕਿ ਸਿਰ ਬਣਾਉਣਾ ਉਹਨੂੰ ਆਪਣਾ ਉੱਤੇ। ਸਿਰ ਉੱਤੇ ਹੋਵੇਗਾ ਤੇ ਸਾਡੀ ਕਦਰ ਹੋਵੇਗੀ। ਬਗੈਰ ਸਿਰ ਤੋਂ ਇਹ ਥੱਲੇ ਦੇ ਧੜ ਦੀ ਕਦਰ ਹੈਗੀ ਆ ਕਿ ਨਹੀਂ ਹੈਗੀ? ਉਹਨਾਂ ਕਹਿਣਾ ਨਹੀਂ, ਇਹ ਮੁਰਦਾ ਹੀ ਆ। ਸਿਰ ਬਣਾਉਣਾ ਤੇ ਉਹਨੂੰ ਪ੍ਰਧਾਨ ਬਣਾਉਣਾ, ਸਾਰੀਆਂ ਗੱਲਾਂ ਦੇ ਵਿੱਚ ਪਹਿਲ ਉਹਨੂੰ ਦੇਣੀ ਹੈ। ਤੇ ਇਹਦਾ ਮਤਲਬ ਕਿ ਅੱਜ ਹਰ ਗੱਲ ਦੇ ਵਿੱਚ ਸਾਨੂੰ ਪਹਿਲ ਦੇਣੀ ਚਾਹੀਦੀ ਆ। ਮੰਗਣਾ ਵੀ ਆ ਤੇ ਖੁਦਾ ਦੇ ਕੋਲੋਂ ਫਿਰ ਉਹ ਮੰਗਣਾ ਆ ਕਿ ਸਾਡੇ ਆਉਣ ਵਾਲੀਆਂ ਨਸਲਾਂ ਵੀ। ਦਾਊਦ ਦੇ ਨਾਲ ਇਸੇ ਕਰਕੇ ਖੁਦਾ ਨੇ ਨੇਮ ਫਿਰ ਕਰ ਲਿਆ ਸੀ ਕਿ ਉਹਦੇ ਮਨ ਨੂੰ ਭਾ ਗਿਆ ਸੀ, ਖੁਦਾ ਦੇ ਮਨ ਨੂੰ ਭਾ ਗਿਆ ਸੀ ਉਹਦਾ ਜੀਵਨ। ਫਿਰ ਉਹਦੇ ਨਾਲ ਵਾਅਦਾ ਕੀਤਾ, ਨੇਮ ਕੀਤਾ ਕਿ ਉਹਦੇ ਵੰਸ਼ ਦੇ ਵਿੱਚ ਜਿਹੜਾ ਤਖਤ ਜਿਹੜਾ ਵਾ, ਉਹਦੀਆਂ ਪੀੜ੍ਹੀਆਂ ਦੇ ਵਿੱਚ ਜਿਹੜਾ ਵਾ, ਉਹ ਰਾਜਗੱਦੀ ਜਿਹੜੀ ਆ ਉਹ ਜ਼ਰੂਰ ਕੀ ਹੋਵੇਗੀ? ਦਿੱਤੀ ਜਾਵੇਗੀ। ਤੇ ਅੱਜ ਵੀ ਉਹ ਵਾਅਦਾ ਜਿਹੜਾ ਉਹਦੇ ਨਾਲ ਕੀ ਹੁੰਦਾ? ਚੱਲਦਾ, ਉਹਦੇ ਨਾਲ ਚੱਲਦਾ ਆ ਰਿਹਾ, ਉਹਦੀ ਪੀੜ੍ਹੀਆਂ ਦੇ ਨਾਲ, ਉਹਦੇ ਵੰਸ਼ ਦੇ ਨਾਲ ਚੱਲਦਾ ਆ ਰਿਹਾ। ਪਹਿਲਾਂ ਯਹੂਨਾ 5 ਬਾਬ ਦੀ 14 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਪੜ੍ਹਾਂਗੇ। ਅਤੇ ਉਹਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਭਾਈ, ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ। ਲਿਖਿਆ ਗਿਆ ਕਿ ਉਹਦੇ ਅੱਗੇ ਸਾਨੂੰ ਇਹ ਦਲੇਰੀ ਆ ਕਿ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ, ਆਪਣੀ ਇੱਛਾ ਦੇ ਅਨੁਸਾਰ ਨਹੀਂ, ਹਨਾ, ਇੱਥੇ ਕੀ ਦੱਸਿਆ? ਉਹਦੀ ਇੱਛਾ ਦੇ ਅਨੁਸਾਰ ਜੇ ਕੁਝ ਮੰਗਦੇ ਆ ਤੇ ਫਿਰ ਸਾਨੂੰ ਕੀ ਆ? ਦਲੇਰੀ। ਆਪਣੀ ਇੱਛਾ ਦੇ ਨਾਲ ਮੰਗਣਾ ਹੋਰ ਹੁੰਦਾ, ਉਹਦੀ ਇੱਛਾ ਦੇ ਨਾਲ ਮੰਗਣਾ ਹੋਰ ਹੁੰਦਾ। ਉਹਦੀ ਇੱਛਾ ਦਾ ਮਤਲਬ ਕੀ ਆ?
ਉਹਨੇ ਆਪਣੀ ਇੱਛਾ ਨੂੰ ਜ਼ਾਹਰ ਕਰ ਦਿੱਤਾ ਕਿ ਮੈਂ ਤੈਨੂੰ ਇਸ ਤਰ੍ਹਾਂ ਦਾ ਬਣਾਉਣਾ, ਇਸ ਤਰ੍ਹਾਂ ਦਾ ਮੈਂ ਤੈਨੂੰ ਦੇਖਣਾ ਚਾਹੁੰਦਾ, ਇਸ ਤਰ੍ਹਾਂ ਦਾ ਮੈਂ ਤੈਨੂੰ ਇਸਤੇਮਾਲ ਕਰਨਾ ਚਾਹੁੰਦਾ, ਮੇਰੇ ਜੀਵਨ ਦੇ ਵਿੱਚ ਤੇਰੀ ਇਹ ਜੋ। ਫਿਰ ਅਸੀਂ ਉਸੇ ਤਰ੍ਹਾਂ ਦੀ ਦੁਆ ਰੱਖਾਂਗੇ ਕਿ ਪ੍ਰਭੂ ਉਸ ਤਰ੍ਹਾਂ ਦਾ ਮੈਨੂੰ ਹੁਣ ਬਣਾ ਦੇ, ਉਸੇ ਤਰ੍ਹਾਂ ਦਾ ਮੈਨੂੰ ਤਿਆਰ ਕਰ ਦੇ, ਮੇਰੇ ਅੰਦਰ ਦੀਆਂ ਕੱਢ ਦੇ ਹੁਣ ਕਮਜ਼ੋਰੀਆਂ, ਤੇ ਮੈਂ ਉਸੇ ਤਰ੍ਹਾਂ ਦਾ ਬਣ ਜਾਵਾਂ, ਤੇ ਉਸੇ ਤਰ੍ਹਾਂ ਦਾ ਹੀ ਜਿਸ ਤਰ੍ਹਾਂ ਦਾ ਤੂੰ ਚਾਹੁੰਦਾ। ਮੈਂ ਦੱਸਿਆ ਇਹ ਘਟਨਾ ਸੀਗੀ, ਮੈਨੂੰ ਤੇ ਵੀ ਨਹੀਂ ਯਾਦ ਕਿ ਉਸ ਸਮੇਂ ਸਾਡਾ ਜਨਮ ਹੋਇਆ ਸੀ ਜਾਂ ਨਹੀਂ ਹੋਇਆ, ਜਾਂ ਅਸੀਂ ਕਿੰਨੇ ਸਾਲ ਦੇ ਸੀ। ਇਹ 90 ਤੋਂ ਪਹਿਲਾਂ ਦੀ ਘਟਨਾ ਹੀ ਹੈ। ਇੱਕ ਖੁਦਾ ਦਾ ਬੰਦਾ, ਰੱਬ ਦਾ ਬੰਦਾ ਸੀ, ਧਾਰੀਵਾਲ ਦੀ ਘਟਨਾ ਹੈ, ਧਾਰੀਵਾਲ ਸ਼ਹਿਰ ਦੀ ਘਟਨਾ ਹੈ, 90 ਤੋਂ ਪਹਿਲਾਂ ਦੀ ਘਟਨਾ। ਇਹ ਨਹੀਂ ਯਾਦ 80 ਦੀ ਆ ਕਿ ਕਿਹੜੇ ਸੰਨ ਦੀ ਆ। ਉਹ ਆਦਮੀ ਰੋਜ਼ਿਆਂ ਦੇ ਉੱਤੇ ਬਹਿ ਗਿਆ, ਚਰਚ ਦੇ ਵਿੱਚ ਦੁਆ ਦੇ ਵਿੱਚ ਬੈਠ ਗਿਆ। ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਉਹ ਚਰਚ ਸੀਗਾ, ਬਿਲਕੁਲ ਬਾਜ਼ਾਰ, ਦੁਕਾਨਾਂ ਦੇ ਬੈਕ ਸਾਈਡ ਦੇ ਉੱਤੇ। 40 ਦਿਨ ਜਦੋਂ ਦੁਆ ਕਰਦੇ ਨੂੰ ਹੋ ਗਏ, ਤੇ ਉਹ ਬਿਲਡਿੰਗ ਜਿਹੜੀ ਬਾਹਰੋਂ ਅੱਗ ਦੇ ਨਾਲ ਬਲਣੀ ਸ਼ੁਰੂ ਹੋ ਗਈ ਪੂਰੀ। ਦੁਕਾਨਾਂ ਵਾਲੇ, ਮਾਰਕੀਟ ਵਾਲੇ ਵੀ ਜਲਦੀ ਜਲਦੀ ਪਾਣੀ ਲੈ ਕੇ ਆਏ, ਬਾਲਟੀਆਂ ਦੇ ਵਿੱਚ ਪਾਣੀ ਲੈ ਕੇ ਆਏ। ਉਹਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਪਤਾ ਲੱਗਾ ਕਿ ਇਹ ਅੱਗ ਕੋਈ ਹੋਰ ਹੀ ਅੱਗ ਆ। ਜਦੋਂ ਲੋਕਾਂ ਦੀ ਸਮਝ ਵਿੱਚ ਆਇਆ ਕਿ ਇਹ ਅੱਗ ਕੋਈ ਉੱਪਰੋਂ ਉਤਰੀ ਹੋਈ ਅੱਗ ਆ, ਖੁਦਾ ਵਾਲੀ ਅੱਗ ਆ, ਇੱਕ ਅਧਰੰਗੀ ਨੂੰ ਮੰਜੀ ਤੇ ਪਾ ਕੇ ਲੈ ਕੇ ਆਏ ਉੱਥੇ ਕਿ ਅੱਜ ਖੁਦਾ ਦਾ ਮੌਜ ਦਾ, ਜਿਹੜਾ ਮੰਜੀ ਤੇ ਕੁਝ ਸਮੇਂ ਤੋਂ ਪਿਆ ਸੀ, ਕਿ ਅੱਜ ਖੁਦਾ ਦਾ ਕਰਮ ਇਹਦੇ ਤੇ ਵੀ ਹੋ ਜਾਵੇ। ਖੁਦਾ ਨੇ ਉਸ ਬੰਦੇ ਨੂੰ, ਖੁਦਾ ਦਾ ਜਿਹੜਾ ਜਨਮ ਸੀਗਾ, ਉਹਨੂੰ ਕਿਹਾ ਕਿ ਇਹਦੇ ਤੇ ਦੁਆ ਕਰਦੇ। ਕਹਿੰਦਾ ਨਾ, ਇੱਦਾਂ ਕਰਨੀ। ਖੁਦਾ ਨੇ ਕਿਹਾ ਕਿ ਇਹਦੇ ਤੇ ਦੁਆ ਕਰ, ਕਹਿੰਦਾ ਕਰਨੀ ਨਹੀਂ ਇੱਦਾਂ। ਉਸ ਵਕਤ ਦੱਸਦੇ ਨੇ ਜਿਨ੍ਹਾਂ ਨੇ ਇਹ ਘਟਨਾ ਦੇਖੀ, ਉਸ ਸਮੇਂ ਕੁਝ ਖਾਦਮਾਂ ਨੇ ਦੱਸਿਆ ਸੀ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਫਿਰ ਕਿੱਦਾਂ ਕਰਨੀ ਹੈ। ਉਹਨੇ ਕਿਹਾ ਵੀ ਜਿੱਦਾਂ ਤੂੰ ਕਰਦਾ ਹੁੰਦਾ। ਉਹਨੇ ਕਿਹਾ ਚੱਲ ਉੱਦਾਂ ਹੀ ਕਰ ਦੇ। ਤੇ ਫਿਰ ਕਹਿੰਦਾ ਕਿ ਅੱਜ ਤੈਨੂੰ ਮੈਂ ਯਿਸੂ ਨਾਸਰੀ ਦੇ ਨਾਂ 'ਚ ਹੁਕਮ ਦਿੰਦਾ, ਆਪਣੀ ਮੰਜੀ ਚੁੱਕ ਤੇ ਘਰ ਨੂੰ ਚਲਾ ਜਾ। ਉਹਨੇ ਮੰਜੀ ਚੁੱਕੀ, ਤੇ ਲੋਕਾਂ ਨੇ ਚਰਚ ਤੋਂ ਬਾਹਰ ਆਉਂਦਿਆਂ ਆਪਣੀ ਮੰਜੀ ਚੁੱਕ ਕੇ ਉਹਨੂੰ ਜਾਂਦਿਆਂ ਵੇਖਿਆ। ਤੇ ਇੱਥੇ ਵੀ ਯੂਹੰਨਾ ਇਹ ਕਹਿ ਰਿਹਾ ਕਿ ਮੰਗਣਾ ਆ ਉਹਦੀ ਇੱਛਾ ਦੇ ਅਨੁਸਾਰ। ਇੱਛਾ ਉਹਨੇ ਤੁਹਾਡੇ ਤੇ ਪ੍ਰਗਟ ਕਰ ਦਿੱਤੀ ਆ, ਲੈ ਵੀ ਤੈਨੂੰ ਮੈਂ ਚੁਣ ਲਿਆ ਆ, ਤੂੰ ਮੇਰਾ ਜਾਣਿਆ, ਤੇ ਤੈਨੂੰ ਮੈਂ ਇਹ ਬਣਾਉਣਾ ਹੈ, ਦੁਨੀਆ ਦੇ ਅੰਦਰ ਮੈਂ ਤੈਨੂੰ ਇਸ ਤਰ੍ਹਾਂ ਦਾ ਬਣਾ ਕੇ ਪੇਸ਼ ਕਰਨਾ ਹੈ। ਹੁਣ ਤੁਸੀਂ ਉਸ ਇੱਛਾ ਨੂੰ ਕਿਸ ਤਰ੍ਹਾਂ ਦਾ ਲੈ ਰਹੇ ਜੇ ਆਪਣੇ ਜੀਵਨ ਦੇ ਵਿੱਚ, ਉਹਦੇ ਲਈ ਕਿੱਦਾਂ ਦੀ ਦੁਆ ਕਰ ਰਹੇ ਜੋ ਆਪਣੇ ਵਾਸਤੇ। ਜੇ ਤੁਸੀਂ ਆਪਣੀ ਮਰਜ਼ੀ ਦੀ ਦੁਆ ਕਰ ਰਹੇ ਜੇ ਕਿ ਨਹੀਂ ਪਹਿਲਾਂ ਮੈਨੂੰ ਇਹ ਦੁਨਿਆਵੀ ਚੀਜ਼ਾਂ ਚਾਹੀਦੀਆਂ ਨੇ, ਮੁੰਡੇ ਦਾ ਵਿਆਹ ਹੋ ਜੇ, ਕੁੜੀ ਦਾ ਵਿਆਹ ਹੋ ਜੇ, ਤੇ ਖੁਦਾ ਜੇ ਤੂੰ ਚੁਣਿਆ ਤੇ ਕੋਈ ਗੱਲ ਨਹੀਂ, ਮੈਂ ਤਿਆਰ ਹਾਂ, ਕੋਈ ਗੱਲ ਨਹੀਂ, ਮੈਂ ਤਿਆਰ ਹਾਂ, ਮੈਂ ਕਰਾਂਗੀ, ਮੈਂ ਮੁੱਕਰਦੀ ਨਹੀਂ ਸੇਵਾ ਤੋਂ, ਮੈਂ ਮੁੱਕਰਦਾ ਨਹੀਂ ਸੇਵਾ ਤੋਂ, ਮੈਂ ਕਰਾਂਗਾ ਜ਼ਰੂਰ। ਕਰਦਿਆਂ ਕਰਦਿਆਂ ਭਾਵੇਂ ਇੱਕ ਦਿਨ ਪ੍ਰਾਣ ਨਿਕਲ ਜਾਣ, ਕਿਉਂਕਿ ਮੈਂ ਇੱਦਾਂ ਦੇ ਕੇਸ ਦੇਖੇ ਨੇ। ਇੱਕ ਆਦਮੀ ਸੀਗਾ ਬਟਾਲੇ ਦੇ ਅੰਦਰ, ਉਹ ਕੈਂਸਰ ਹੋ ਗਿਆ ਉਹਨੂੰ, CMC ਵਾਲਿਆਂ ਕਿਹਾ, ਉਹਦੀ ਬੇਟੀ ਨਰਸ ਸੀ, ਸਟਾਫ ਸੀ ਇੱਥੇ, ਕਹਿੰਦੇ ਲੈ ਜਾਓ ਕਰ ਲਓ ਸੇਵਾ, ਇਹਨੇ ਨਹੀਂ ਬਚਣਾ ਹੁਣ, ਐਵੇਂ ਵੇਸਟਿੰਗ ਪੈਸਾ ਲਾਓਗੇ। ਤੇ ਉਹਨੇ ਕਹਿੰਦਾ ਕਿ ਮੈਂ ਵੀ ਆਪਣੇ ਘਰਦਿਆਂ ਨੂੰ, ਆਪਣੀ ਕੁੜੀ ਨੂੰ, ਆਪਣੀ ਬੇਟੀ ਨੂੰ ਕਹਿੰਦਾ ਕਿ ਮੈਂ ਆਪਣੇ ਪਤਨੀ ਨੂੰ ਫੁਸਰ ਕਰਦਿਆਂ ਕਹਿੰਦਾ ਦੇਖ ਲਿਆ, ਬੋਲੇ ਹਲਦੇ ਵੇਖ ਲੈ, ਮੰਜੀ ਤੇ ਪਿਆ ਹਾਂ। ਤੇ ਕਹਿੰਦਾ ਕਿ ਮੈਂ, ਮੇਰੇ ਦਿਮਾਗ ਦੇ ਵਿੱਚ ਆਈ ਕਿ ਉਹ ਢਲਾਈ ਦਾ ਕੰਮ ਕਰਦਾ ਸੀ, ਤੇ ਢਲਾਈ ਦੇ ਨਾਲ ਇਹ ਪੱਖਿਆਂ ਦੇ ਇਹ ਜਿਹੜੇ ਪਾਰਟ ਨੇ, ਗੋਲ ਪਾਰਟ, ਇਹਨਾਂ ਨੂੰ ਤਿਆਰ ਕਰਦਾ ਸੀ। ਕਹਿੰਦਾ ਕਿ ਅਸੀਂ ਜਦੋਂ ਉਹ ਪਾਰਟ ਤਿਆਰ ਕਰਦੇ ਹੁੰਦੇ ਸੀ, ਤੇ ਕਹਿੰਦਾ ਕਿ ਕੁੱਤੇ ਬਿੱਲੇ ਆ ਜਾਣੇ, ਕਈ ਵਾਰੀ ਰਾਤ ਨੂੰ ਬਣਾ ਕੇ ਆਉਣੇ, ਤੇ ਕਈਆਂ ਨੇ ਕੁੱਤਿਆਂ ਨੇ ਢਾਹ ਦੇਣਾ, ਤੇ ਅਗਲੇ ਦਿਨ ਫਿਰ ਉਹਨਾਂ ਨਵੇਂ ਸਿਰੇ ਤੋਂ ਲੋਹੇ ਨੂੰ ਪਿਘਲਾ ਕੇ ਫਿਰ ਉੱਥੋਂ ਨਵਾਂ ਤਿਆਰ ਕਰ ਲੈਣਾ। ਉਹਦੇ ਵਿੱਚ ਭਵਿੱਖਬਾਣੀਆਂ ਵੀ ਹੋਈਆਂ ਸੀਗੀਆਂ ਸੇਵਾ ਵਾਸਤੇ। ਤੇ ਕਹਿੰਦਾ ਕਿ ਮੈਂ ਮੰਜੀ ਤੇ ਸੋਚਿਆ ਕਿ ਖੁਦਾ, ਜੇ ਮੈਂ ਵਿਸ਼ਵਾਸ ਆ ਗਿਆ ਕਿ ਮੈਂ ਉਸ ਪੁਰਜੇ ਨੂੰ ਦੁਬਾਰਾ ਢਾਹ ਕੇ ਬਣਾ ਸਕਣਾ, ਤੇ ਤੂੰ ਮੈਨੂੰ ਵੀ ਬਣਾ ਸਕਣਾ। ਅੰਦਰ ਆ ਗਈ ਸੇਵਾ ਦੇ ਵਾਸਤੇ ਵੀ, ਠੀਕ ਆ ਪ੍ਰਭੂ, ਤੇਰੀ ਮਰਜ਼ੀ ਨੂੰ ਪੂਰਾ ਕਰਾਂਗਾ। ਖੁਦਾ ਨੇ ਫਰਿਆਦ ਨੂੰ ਸੁਣ ਲਿਆ, ਚੰਗਾ ਕਰ ਦਿੱਤਾ, ਤੇ ਫਿਰ 9 ਸਾਲ ਦੇ ਨਿਆਵੀ ਕੰਮ ਕੀਤਾ, 9 ਸਾਲ ਦੀ ਖਿਦਮਤ ਫੇਰ ਨਹੀਂ ਲਈ। ਇਸ ਤਰ੍ਹਾਂ ਦੇ ਕਈ ਕੇਸ ਸਾਨੂੰ ਵੇਖਣ ਨੂੰ ਮਿਲੇ। ਇੱਕ ਆਦਮੀ ਸੀ ਹੋਰ ਬਟਾਲੇ ਦੇ ਅੰਦਰ, ਤੇ ਉਹ ਵੀ
बस मेरी बेटी की कहता जो शादी हो गई तो मैं बस सेवा करनी हो गई करनी। वो बेटी की शादी नहीं हुई तो पहला ही फिर एक दिन हार्ट अटैक होया तो चला गया। इसका मतलब कि कुछ लोग अपनी इच्छा की दुआ रखते हैं, पहला सिर बनाना है असी खुदा नूं प्रधान बनाना सारिया गल्लां दे विच। ये कहना चाहिए कि जिवें यसू मसीह ने कहा कि मेरी नहीं तेरी मर्जी पूरी होवे, तो यसू मसीह ने जिद्दां कहा सी उस तरह अज उन्हें कहा कि जे कोई उहदी इच्छा दे नाल मंगदा, खुदा दे कोलों जदों दाऊद ने मंगया तो वो उहदे मन नूं भा गया। सुलेमान नूं भी उन्हें माड़ा नहीं कहा, याकूब नूं भी माड़ा नहीं कहा, जबेश नूं भी माड़ा नहीं कहा, उन्हां दी भावनां नूं पूरा किया। सुलेमान नूं भी कहा कि चंगी गल है। कि इन्हें धन दौलत नहीं मंगी, अपने वैरियां के प्राण नहीं मंगे, या बहुत ही होर कुछ नहीं मंगया, बल्कि की मंगी है बुद्ध मंगी है। पर दाऊद का मंगना उन्होंने जीवन का भी डर नहीं सी, मौत का भी डर नहीं सी। उन्हें कहा कि मैं जीवन भर खुदा की मनोरता तकना चाहना, मैं वो घर में वास करना चाहना। इसलिए मंगण के की आ गया, अंतर आ गया। तो साढ़े उत्ते जो वो नाजल कर दिंदा वा, प्रगट कर दिंदा अपनी इच्छा नूं, फिर सानूं वो मंगना चाहिए कि तैयार कर खुदा दे बल मैनूं, मेरी अपनी मर्जी नूं कट मेरे अंदरों, तो मेरी कमजोरियां नूं कट दे मेरे अंदरों। मैं अपनी मर्जी के नाल चलदा आया, चलदी आई हाँ, तो कट दे अज मेरे अंदरों। तू चाहें तो मैं खड़ा हो सकना, तू चाहें तो मैं बन सकना, तू चाहें तो मैं तैयार हो सकना, तू चाहें तो मैनूं अन्ने ने कहा कि तू चाहें तो मैं की कर सकना, देख सकता। तू चाहें एक होर घटना आ एस्तर के बारे में, उन्हें लिखा गया कि उन्हें किवें मंगया खुदा दे कोलों। पढ़ांगे एस्तर 7 बाब की दूसरी तीसरी है। एस्तर 7 बाब की दूजी तीजी है। दूसरी तीसरी है। ਅਤੇ ਬਾਦਸ਼ਾਹ ਨੇ ਦੂਜੇ ਦਿਨ ਵੀ ਮਦ ਪੀਣ ਦੇ ਵੇਲੇ ਅਸਤਰ ਨੂੰ ਆਖਿਆ, ਅਸਤਰ ਮਲਕਾ ਤੇਰੀ ਕੀ ਅਰਜ਼ ਹੈ, ਉਹ ਤੈਨੂੰ ਦਿੱਤਾ ਜਾਵੇਗਾ ਕਿ ਤੇਰੀ ਕੀ ਪਾਉਣੀ ਹੈ, ਅੱਧੀ ਪਾਤਸ਼ਾਹੀ ਦੀ ਤੂੰ ਪੂਰੀ ਕੀਤੀ ਜਾਵੇਗੀ। ਹੁਣ ਪਾਤਸ਼ਾਹ ਨੇ ਉਹਦੇ ਅੱਗੇ ਇਹ ਰੱਖ ਦਿੱਤਾ ਕਿ ਦੱਸ ਤੈਨੂੰ ਕੀ ਚਾਹੀਦਾ, ਅੱਧੀ ਪਾਤਸ਼ਾਹੀ ਵੀ ਤੈਨੂੰ ਕੀ ਕਰ ਦਿੱਤੀ ਜਾਵੇਗੀ, ਦੇ ਦਿੱਤੀ ਜਾਵੇਗੀ। ਅੱਧੀ ਪਾਤਸ਼ਾਹੀ ਵੀ ਤੈਨੂੰ ਦਿੱਤੀ ਜਾਏਗੀ। ਤੇ ਐਸਤਰ ਨੇ ਕੀ ਮੰਗਿਆ? ਉਹਨੇ ਪਾਤਸ਼ਾਹੀ ਨਹੀਂ ਆਪਣੇ ਵਾਸਤੇ ਮੰਗੀ, ਮਹੱਲ ਨਹੀਂ ਮੰਗਿਆ ਜਾਂ ਕੁਛ ਵੀ ਐਸੀ ਚੀਜ਼ ਨਹੀਂ ਮੰਗੀ ਕਿ ਅੱਧੀ ਪਾਤਸ਼ਾਹੀ ਮੈਨੂੰ ਮਿਲ ਰਹੀ ਆ, ਕਿੰਨੇ ਸੂਬਿਆਂ ਦੇ ਉੱਤੇ ਉਹਦੀ ਹਕੂਮਤ ਹੋ ਜਾਵੇਗੀ, ਇਹ ਨਹੀਂ ਉਹਨੇ ਆਪਣੇ ਲਈ ਮੰਗਿਆ। ਹਾਂਜੀ, ਅਸਤਰ ਮਲਕਾ ਨੇ ਉੱਤਰ ਦੇ ਕੇ ਆਖਿਆ, ਹੇ ਰਾਜਨ, ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ। ਇਹ ਰਾਜਨ, ਜੇ ਮੈਂ ਤੇਰੀ ਨਿਗਾਹ ਵਿੱਚ ਤਰਸ ਦੀ ਭਾਗੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ। ਪਾਤਸ਼ਾਹ ਨੂੰ ਚੰਗਾ ਲੱਗੇ ਤੇ ਮੇਰੀ ਅਰਜ਼ ਦੇ ਉੱਤੇ, ਮੇਰੀ ਫਰਿਆਦ ਦੇ ਉੱਤੇ ਮੇਰੀ ਜਾਨ ਕੀ ਕਰ ਦਿੱਤੀ ਜਾਵੇ, ਬਖਸ਼ ਦਿੱਤੀ ਜਾਵੇ। ਅਤੇ ਮੇਰੀ ਭੌਣੀ ਉੱਤੇ ਮੇਰੇ ਲੋਕ, ਜਿਹੜੀ ਮੇਰੀ ਬੇਨਤੀ ਆ ਉਹਦੇ ਉੱਤੇ ਮੇਰੀ ਬੇਨਤੀ ਇਹ ਆ, ਮੇਰੀ ਅਰਜ਼ ਇਹ ਆ ਕਿ ਮੇਰੀ ਜਾਨ ਬਖਸ਼ ਦਿੱਤੀ ਜਾਵੇ। ਮੇਰੀ ਬੇਨਤੀ ਇਹ ਆ ਕਿ ਜਿਹੜੇ ਮੇਰੇ ਲੋਕ ਨੇ ਉਹਨਾਂ ਨੂੰ ਕੀ ਕੀਤਾ ਜਾਵੇ, ਕਰੋ ਫਿਰ। ਅਤੇ ਮੇਰੀ ਭੌਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ। ਮੇਰੇ ਲੋਕ ਮੈਨੂੰ ਦਿੱਤੇ ਜਾਣ। ਉਹਨਾਂ ਦੀ ਜਾਨ ਦੀ ਅਰਜ਼ੋਈ, ਆਪਣੀ ਜਾਨ ਦੀ ਅਰਜ਼ੋਈ ਉਹਨੇ ਪਾਤਸ਼ਾਹ ਦੇ ਅੱਗੇ ਕੀਤੀ ਕਿ ਉਹ ਲੋਕ ਮੈਨੂੰ ਦੇ ਦਿੱਤੇ ਜਾਣ, ਉਹਨਾਂ ਦੀ ਜ਼ਿੰਦਗੀ ਬਖਸ਼ੀ ਜਾਵੇ, ਉਹਨਾਂ ਦੇ ਉੱਤੇ ਰਹਿਮ ਕੀਤਾ ਜਾਵੇ। तो इसका मतलब कि अस्तर ने अपनी तो अपने लोगों की जिंदगी मंगी, उन्हें पातशाही ने मंगी या कुछ ऐसा नहीं मंगया। तो अज मंगण दे विच ही अंतर हुंदा है ते असीं उहनूं सिर बनाउणा वा ते अपने जीवन दे विच सारियां गल्लां दे विच उहनूं प्रधान ठहराउणा वा, बनाउणा है कि वो साडे जिंदगी दे अंदर एक प्रधान ठहरे।
ਤੇ ਸਾਨੂੰ ਫਿਰ ਉਹ ਮੰਗਣਾ ਚਾਹੀਦਾ, ਖੁਦਾ ਮੇਰੇ ਤੇ ਰਹਿਮ ਕਰ ਤੇ ਮੈਨੂੰ ਬਣਾ, ਮੈਨੂੰ ਤਿਆਰ ਕਰ ਜੋ ਤੂੰ ਚਾਹੁੰਦਾ ਹੈ। ਮੇਰੀ ਆਪਣੀ ਮਰਜ਼ੀ, ਮੇਰੀ ਆਪਣੀ ਸੋਚ ਨੂੰ ਅੱਜ ਮੇਰੇ ਅੰਦਰੋਂ ਖਤਮ ਕਰ ਦੇ, ਮੇਰੇ ਆਪਣੇ ਖਿਆਲਾਂ ਨੂੰ ਮੇਰੇ ਅੰਦਰੋਂ ਖਤਮ ਕਰ ਦੇ। ਮੇਰੀ ਸੋਚ ਵੀ ਤੇਰੀ ਸੋਚ ਬਣ ਜਾਵੇ, ਮੇਰੇ ਖਿਆਲ ਵੀ ਤੇਰੇ ਖਿਆਲ ਬਣ ਜਾਣ। ਤੇ ਅੱਜ ਸਾਨੂੰ ਪ੍ਰਧਾਨ ਸਿਰ ਉੱਤੇ ਉਹ ਸਿਰ ਆ, ਤੇ ਫਿਰ ਦੇਹ ਦੇ ਉੱਤੇ ਉਹਨੂੰ ਸਿਰ ਠਹਿਰਾਉਣਾ, ਤੇ ਸਾਰੀਆਂ ਗੱਲਾਂ ਦਾ ਪ੍ਰਧਾਨ ਹੋਵੇ, ਤੇ ਫਿਰ ਸਾਡੇ ਜੀਵਨ ਦੇ ਵਿੱਚ ਹੀ ਉਹਦੀ ਪੈਰ ਹੋਣੀ ਚਾਹੀਦੀ, ਤੇ ਆਪਣੇ ਜੀਵਨ ਦੇ ਵਿੱਚ ਅਸੀਂ ਉਹਨੂੰ ਪਹਿਲਾ ਸਥਾਨ ਦੇਣਾ, ਨਾ ਕਿ ਸੰਸਾਰਿਕ ਵਸਤੂਆਂ ਨੂੰ। ਲਿਖਿਆ ਗਿਆ ਕਿ ਸਾਰੀ ਦੁਨੀਆ ਨੂੰ ਵੀ ਕਮਾ ਲਵੋ, ਸਾਰੇ ਜਗਤ ਦੇ ਵੀ ਮਾਲਕ ਬਣ ਜਾਓ, ਜੇ ਜਾਨ ਦਾ ਨੁਕਸਾਨ ਹੋਵੇ ਤੇ ਫਿਰ ਕੀ ਲਾਭ ਹੈ। ਅੱਜ ਆਪਣੇ ਜੀਵਨ ਦੇ ਵਿੱਚ ਆਤਮਿਕ ਗੱਲਾਂ ਨੂੰ ਲੁੱਟਣਾ, ਤੇ ਸਾਰੀਆਂ ਗੱਲਾਂ ਦੇ ਵਿੱਚ ਉਹਨੂੰ ਸਿਰ ਠਹਿਰਾਉਣਾ, ਉਹਨੂੰ ਪ੍ਰਧਾਨ ਬਣਾਉਣਾ, ਤੇ ਪਹਿਲਾ ਦਰਜਾ ਉਹਨੂੰ ਦਿਓ। ਅੱਖਾਂ ਬੰਦ ਕਰਾਂਗੇ ਤੇ ਦੁਆ ਦੀ ਹਾਲਤ